ਇਹ ਗੱਲ ਸੁਣਾਉਂਦਿਆਂ ਮੈਨੂੰ ਕੋਈ ਸ਼ਰਮ ਨਹੀਂ ਆ ਰਹੀ, ਕੋਈ ਝਾਕਾ ਨਹੀਂ ਆ ਰਿਹਾ ਕਿ ਸਾਡੇ ਘਰ ਦੇ ਹਾਲਾਤ ਇਤਨੇ ਮੁਸ਼ਕਲ 'ਚ ਹੈ, ਇਤਨੇ ਮੁਸ਼ਕਲ 'ਚ ਹੈ ਕਿ ਸਾਨੂੰ ਇੱਕ ਟਾਈਮ ਦੀ ਰੋਟੀ ਜਿਹੜੀ ਹੈ ਨਾ, ਉਹ ਬੜੀ ਮੁਸ਼ਕਲ ਨਾਲ ਲੱਭਦੀ ਸੀ। ਕਈ ਵਾਰੀ ਅਸੀਂ ਸ਼ਾਮੀ ਭੁੱਖੇ ਸੋ ਜਾਂਦੇ ਸਾਂ ਹਾਲਾਤਾਂ ਦੀ ਵਜ੍ਹਾ ਨਾਲ। ਅਤੇ ਮੇਰਾ ਵੱਡਾ ਭਰਾ ਜਿਹੜਾ ਹੈ, ਉਹ ਚਲਾਉਂਦਾ ਸੀ ਸਜ਼ੂਕੀ। ਜਿਹੜੇ ਉਹਦੇ ਸਜ਼ੂਕੀ 'ਚੋਂ 4 ਪਹੀਏ ਹੁੰਦੇ ਸੀ, ਉਹ ਸ਼ਾਮੀ ਘਰ ਲਿਆਉਂਦਾ ਆ ਅਤੇ ਉਹਦੇ ਨਾਲ ਹੀ ਸਾਡਾ ਗੁਜ਼ਾਰਾ ਹੁੰਦਾ ਆ। ਅਤੇ ਬੜੀ ਮੁਸ਼ਕਲ ਗੁਜ਼ਾਰਾ ਸੀ। ਉਹਨੂੰ ਕਿਸੇ ਬੰਦੇ ਨੇ ਮਸ਼ਵਰਾ ਦਿੱਤਾ ਕਿ ਤੂੰ ਇੰਝ ਕਰ ਕਿ ਤੂੰ ਦੁਬਈ ਟੁਰ ਜਾ, ਦੁਬਈ ਜਾ ਅਤੇ ਤੇਰੇ ਹਾਲਾਤ ਸੈੱਟ ਹੋ ਜਾਣਗੇ, ਉੱਥੇ ਤੂੰ ਪੈਸੇ ਹੋਰ ਕਮਾ ਸਕਨੇ, ਤੂੰ ਐ ਵੀ ਮਿਹਨਤੀ ਮੁੜੇ। ਉਹਨੇ ਘਰ ਆ ਕੇ ਅੰਮਾਰਾਂ ਨਾਲ ਗੱਲ ਕੀਤੀ। ਅੰਮਾਰਾਂ ਨੂੰ ਆ ਕੇ ਕਹਿੰਦਾ, ਅੰਮਾ ਜੀ ਮੇਰਾ ਦਿਲ ਹੈ ਮੈਂ ਦੁਬਈ ਟੁਰ ਜਾ। ਪਹਿਲਾਂ ਤਾਂ ਉਹਨੇ ਆਖਿਆ ਪੁੱਤਰ ਤੇਰਾ ਠੀਕ ਹੈ, ਇੱਥੇ ਹੀ ਨਿਜ਼ਾਮ ਚੱਲਦਾ ਪਿਆ, ਤੂੰ ਰਹਿਣ ਦੇ, ਤੂੰ ਕੀ ਕਰਨਾ ਜਾ ਕੇ। ਕਹਿੰਦਾ ਨਹੀਂ ਅੰਮਾ ਜੀ ਮੇਰਾ ਦਿਲ ਹੈ ਮੈਂ ਜਾਊਂ। ਉਹਨੇ ਆਖਿਆ ਠੀਕ ਹੈ ਪੁੱਤਰ, ਸਾਡਾ ਕੰਮ ਸੀ ਤੈਨੂੰ ਸਜ਼ੂਕੀ ਲੈ ਕੇ ਦੇਣਾ, ਹੁਣ ਤੂੰ ਅੱਗੋਂ ਸਜ਼ੂਕੀ ਵੇਚ ਜਾਂ ਜੋ ਮਰਜ਼ੀ ਕਰ, ਤੇਰੀ ਆਪਣੀ ਮਰਜ਼ੀ ਹੈ, ਤੂੰ ਜਾਣਾ ਦੁਬਈ ਤੇ ਟੁਰ ਜਾ। ਉਹਨੇ ਜਨਾਬ ਦੁਬਈ ਜਾਣ ਵਾਸਤੇ ਸਜ਼ੂਕੀ ਵੇਚੀ, ਵੇਚ ਕੇ ਤੇ ਦੁਬਈ ਟੁਰ ਗਿਆ। ਦੁਬਈ ਜਾ ਕੇ ਉਹਨੇ 2.5 ਸਾਲ ਕੰਮ ਕੀਤਾ। ਅੰਮਾਰਾਂ ਨੂੰ ਫੋਨ ਕੀਤੀ, ਉਸ ਅੰਮਾ ਨੂੰ ਕਹਿੰਦਾ ਬਈ ਸੁਣਾਓ ਠੀਕ ਠਾਕ। ਅੰਮਾ ਕਿਹਾ ਪੁੱਤਰ ਵਾਪਸ ਆ, ਅੱਜ ਤੇਰਾ ਵਿਆਹ ਕਰੀਏ। ਕਹਿੰਦਾ ਨਹੀਂ ਅੰਮਾ ਜੀ ਹਈਏ ਮੇਰਾ ਦਿਲ ਹੈ, 2 ਭੈਣਾਂ ਨੇ, ਨਿੱਕਾ ਭਰਾ, ਇਹਨਾਂ ਨੂੰ ਕਿਸੇ ਪਾਸੇ ਲਾ ਲਈਏ ਅਤੇ ਫਿਰ ਚਲੋ ਮੈਂ ਲਾਨਾ ਚੱਕਰ ਅਤੇ ਵਿਆਹ ਕਰ ਲਾਂਗਾ, ਵਿਆਹ ਦੀ ਕਿਹੜਾ ਜਲਦੀ, ਮੈਂ ਕਿਹੜਾ ਬੁੱਢਾ ਪਿਆ ਨਾ। ਉਹਨਾਂ ਕਿਹਾ ਠੀਕ ਹੈ ਪੁੱਤਰ ਤੇਰੀ ਮਰਜ਼ੀ। ਅੰਮਾ ਜੀ ਵੀ ਮੰਨ ਗਏ ਇਸ ਗੱਲ ਨੂੰ। ਬਹਰਹਾਲ ਉਹਨੇ ਕੰਮ ਕਰਦਾ ਰਿਹਾ, ਆਪਣੀਆਂ 2 ਭੈਣਾਂ ਵਿਆਹੀਆਂ। ਵਿਆਹਣ ਤੋਂ ਬਾਅਦ ਉਹਨੇ ਜਨਾਬ ਨਿੱਕਾ ਭਰਾ ਸੀ, 3-4 ਸਾਲ ਬਾਅਦ ਅੰਮਾ ਨੇ ਫ਼ੋਨ ਕੀਤਾ। ਉਹਨੇ ਆਖਿਆ ਪੁੱਤਰ ਤੇਰਾ ਨਿੱਕਾ ਭਰਾ ਜਿਹੜਾ ਬਹੁਤ ਖ਼ਰਾਬ ਹੋ ਗਈ। ਉਹ ਅੱਗੋਂ ਹੱਸ ਕੇ ਕਹਿੰਦਾ ਅੰਮਾ ਜੀ ਸਾਰੇ ਖ਼ਰਾਬ ਹੁੰਦੇ ਨੇ, 4 ਦਿਹਾੜੇ ਉਹਨੂੰ ਮਜ਼ੇ ਲੈ ਲੈਣ ਦਿਓ, ਅੱਗੋਂ ਸਾਰੀ ਜ਼ਿੰਦਗੀ ਮਜ਼ਦੂਰੀ ਕਰਨੀ ਸੂ। ਉਹਨੇ ਆਖਿਆ ਨਹੀਂ ਪੁੱਤਰ ਜ਼ਿਆਦਾ ਖ਼ਰਾਬ ਹੋ ਗਈ, ਇੰਝ ਕਰ ਇਹਨੂੰ ਆਪਣੇ ਕੋਲ ਲੈ ਜਾ। ਉਹਨੇ ਆਖਿਆ ਅੱਛੀ ਗੱਲ ਹੈ। ਉਹਨੇ ਉਹਦਾ ਜਨਾਬ ਵੀਜ਼ਾ ਅਪਲਾਈ ਕੀਤਾ ਦੁਬਈ ਦਾ, ਉਹਨੂੰ ਦੁਬਈ ਲੈ ਗਿਆ। ਜਿਸ ਵੇਲੇ ਦੁਬਈ ਪਹੁੰਚਿਆ ਅਤੇ ਉੱਥੇ ਜਾ ਕੇ ਉਹਨੇ 3 ਮਹੀਨੇ ਕੰਮ ਕੀਤਾ। 3 ਮਹੀਨੇ ਕੰਮ ਕਰਨ ਤੋਂ ਬਾਅਦ ਕਹਿੰਦਾ ਲਾਲਾ ਜੀ ਮੈਂ ਇੱਥੇ ਕੰਮ ਨਹੀਂ ਕਰਨਾ, ਮੇਰਾ ਦਿਲ ਹੈ ਜਾਂ ਮੈਨੂੰ ਤੁਸੀਂ ਪਿੱਛਾ ਟੋਰੋ ਪਾਕਿਸਤਾਨ ਜਾਂ ਮੈਨੂੰ ਅਗਾਂ ਯੂਰਪ 'ਚ ਕੱਢੋ, ਮੈਂ ਦੁਬਈ 'ਚ ਕੰਮ ਨਹੀਂ ਕਰਨਾ। ਉਹਨਾਂ ਆਖਿਆ ਥੋੜ੍ਹਾ ਕੰਮ ਕਰ, ਚਲੋ ਥੋੜ੍ਹੇ ਹਾਲਾਤ ਸੈੱਟ ਹੁੰਦੇ ਨੇ ਅਤੇ ਕੋਈ ਸਾਲ 2 ਲਾ ਅਤੇ ਫਿਰ ਤੈਨੂੰ ਯੂਰਪ ਕੱਢ ਦਿਆਂਗਾ। ਉਹਨੇ ਆਖਿਆ ਨਹੀਂ, ਮੈਨੂੰ ਤੁਸੀਂ ਜਾਂ ਪਿੱਛਾ ਟੋਰੋ ਅਤੇ ਜਾਂ ਯੂਰਪ ਟੋਰੋ। ਉਹਨੇ ਆਖਿਆ ਇਹ ਗੱਲ ਹੈ। ਉਹਨੇ ਬੰਦੇ ਇੱਕ ਨਾਲ ਗੱਲ ਕੀਤੀ, ਉਹਨੇ ਆਖਿਆ ਠੀਕ ਹੈ ਦੁਬਈਓਂ ਆ ਤੂੰ ਸੌਖਾ ਨਿਕਲ ਜਾਏਗਾ, ਯੂਰਪ ਅਤੇ ਠੀਕ ਹੈ ਕਰ ਲੈਂਦੇ ਹਾਂ ਕੰਮ। ਉਹ ਜਨਾਬ ਇਸ ਤਰ੍ਹਾਂ ਗੱਲ ਹੋਈ, ਉਹਨੇ ਪਿੱਛੋਂ ਜ਼ਮੀਨ ਵੇਚੀ, ਵੇਚ ਕੇ ਅੱਗੋਂ ਪਿੱਛੋਂ ਪੈਸੇ ਉਧਾਰ ਲਏ, ਉਧਾਰ ਲੈ ਕੇ ਜਨਾਬ ਉਹਨੇ ਭਰਾ ਨੂੰ ਯੂਰਪ ਤੋਰ ਦਿੱਤਾ। ਨਿੱਕੇ ਨੂੰ ਯੂਰਪ ਗਿਆ ਅਤੇ ਉੱਥੋਂ ਫੋਨ ਕਰੇ ਭਾ ਇੱਥੇ ਕੰਮ ਨਹੀਂ ਲੱਭਦਾ ਪਿਆ, ਭਾ ਇੱਥੇ ਬੜਾ ਔਖਾ ਮੈਂ। ਉਹਨਾਂ ਆਖਿਆ ਤੇ ਹੁਣ ਤੂੰ ਕੋਸ਼ਿਸ਼ ਕਰ ਆਪਣੀ, ਅਸੀਂ ਕੀ ਕਰ ਸਕਦੇ, ਤੂੰ ਯੂਰਪ ਜਾਣਾ ਸੀ ਯੂਰਪ ਤੋਂ ਟੁਰ ਗਏ, ਹੁਣ ਉੱਥੇ ਜਾ ਕੇ ਤੂੰ ਆਪਣੀ ਮਿਹਨਤ ਮਜ਼ਦੂਰੀ ਕਰ। ਨਹੀਂ ਭਾ ਕੰਮ ਹੀ ਕੋਈ ਨਹੀਂ ਲੱਭਦਾ, ਭਾ ਇੱਥੇ ਬੜਾ ਮੁਸ਼ਕਿਲ ਹੈ ਕੰਮ, ਭਾ ਮੈਨੂੰ ਪੈਸੇ ਟੋਰ, ਖਰਚਾ ਇੱਥੇ ਦੇਣਾ ਮਕਾਨ ਦਾ। ਵੱਡਾ ਭਰਾ ਦੁਬਈ 'ਚ ਉਹਨੂੰ ਪੈਸੇ ਟੋਰੇ ਉੱਥੇ ਉਹਦੇ ਖਰਚੇ ਪੂਰੇ ਕਰਨ ਵਾਸਤੇ। 2-3 ਸਾਲ ਇਸੇ ਤਰ੍ਹਾਂ ਉੱਥੇ ਖਰਚੇ ਪੂਰੇ ਕਰਦਾ ਰਿਹਾ। ਉਸ ਤੋਂ ਬਾਅਦ ਕਿਸੇ ਬੰਦੇ ਨੇ ਦੱਸਿਆ ਕਿ ਇਸ ਤਰ੍ਹਾਂ ਰਿਸ਼ਤਾ ਹੈ ਉੱਥੇ, ਪਾਕਿਸਤਾਨੀ ਫੈਮਿਲੀ ਹੈ ਯੂਰਪ 'ਚ, ਅਤੇ ਤੁਸੀਂ ਇੰਝ ਕਰੋ ਜੇ ਰਿਸ਼ਤਾ ਕਰਨਾ ਜੇ ਅਤੇ ਗੱਲ ਕਰੀਏ। ਉਹਨਾਂ ਆਖਿਆ ਠੀਕ ਹੈ ਸਾਡੇ ਮੁੰਡੇ ਦੇ ਪੇਪਰ ਬਣ ਜਾਣਗੇ, ਸੈੱਟ ਹੋ ਜਾਏਗਾ ਮੁੰਡਾ, ਇਹਦੇ ਨਾਲ ਵੱਡੀ ਕਿਹੜੀ ਗੱਲ ਹੈ। ਉਹ ਜਨਾਬ ਉਹਨਾਂ ਨੇ ਐਗਰੀ ਹੋ ਗਏ। ਜਾ ਕੇ ਉਹਨਾਂ ਮੁੰਡਾ ਤੱਕਿਆ ਉੱਥੇ ਬਾਹਰ, ਉਹਨਾਂ ਮੁੰਡਾ ਤਾਂ ਬੜਾ ਸੋਹਣਾ ਅਤੇ ਹੈ ਵੀ ਮਿਹਨਤੀ ਹੈ ਬੜਾ ਲੱਗਦਾ। ਅਤੇ ਉਹਨਾਂ ਜਨਾਬ ਹਾਮੀ ਭਰ ਲਈ, ਉਹਨਾਂ ਠੀਕ ਆ। ਉੱਥੇ ਬਾਹਰ ਹੀ ਨਾ ਮਾਂ ਪਿਓ ਮੁੰਡੇ ਦੇ ਸ਼ਾਮਲ, ਉੱਥੋਂ ਬਾਹਰੋਂ ਅਤੇ ਵਿਆਹ ਹੋ ਗਿਆ ਜੀ, ਨਿਕਾਸ਼ਾ ਕੀਤੀ ਉਹਨੇ। ਅਤੇ ਸਾਲ ਬਾਅਦ ਜਨਾਬ ਉੱਥੇ ਉਹਨਾਂ ਘਰ ਦੇ ਆਖਿਆ ਚਲੋ ਆਪੇ ਟੋਰ ਲਏਗਾ ਪੈਸੇ, ਹੁਣ ਮਸਾਂ ਅਤੇ ਉੱਥੇ ਵਿਆਹ ਸ਼ਾਹ ਹੋਇਆ ਤੇ ਚਲੋ ਠੀਕ ਹੋ ਜਾਏਗਾ। ਸਾਲ ਬਾਅਦ ਜਨਾਬ ਸਾਹਬਰਿਆਂ ਨੇ ਇੰਝ ਕੀਤਾ, ਔਖਾ ਸੌਖਾ ਆ ਕੇ ਅੱਗੋਂ ਪਿੱਛੋਂ ਇਹਨੂੰ ਪੈਸੇ ਫੜ ਤੜ ਕੇ ਦੇ ਕੇ ਇਹਨੂੰ ਮਕਾਨ ਖਰੀਦ ਕੇ ਦੇ ਦਿੱਤਾ। ਉਹਨੂੰ ਕਹਿੰਦੇ ਪੁੱਤਰ ਇਹ ਤੇਰਾ ਕਰਜ਼ਾ ਚੁੱਕਿਆ ਸਾਂ ਬੰਦਿਆਂ ਕੋਲੋਂ, ਅਤੇ ਇਹ ਜਿਹੜੀ ਮਕਾਨ ਦੀ ਕਿਸ਼ਤ ਸੀ ਇਹ ਸਾਰੇ ਹੁਣ ਤੁਸੀਂ ਦੇਣੇ, ਅਤੇ ਭਲਕੇ ਸਾਰੀ ਜ਼ਿੰਦਗੀ ਸਕੂਨ 'ਚ ਰਹੋਗੇ। ਉਹਨੇ ਆਖਿਆ ਠੀਕ ਹੈ। ਅਤੇ ਉਹ ਜਨਾਬ ਜਿਸ ਵੇਲੇ ਕੰਮ ਕਰਨਾ ਉਹਨੇ ਸ਼ੁਰੂ ਕੀਤਾ, ਜਿਸ ਵੇਲੇ ਕੋਈ 6 ਮਹੀਨੇ ਸਾਲ ਲਾਇਆ, ਉਹਨੇ ਤਾਂ ਕਿਹਾ ਮੈਂ ਤਾਂ ਮਾਈਨਸ 'ਚ ਜਾ ਰਿਹਾ, ਜਿਹੜੇ ਪੈਸੇ ਮਕਾਨ ਦੇ ਦੇਈ ਜਾਣਾ ਪਿਆ ਅਤੇ ਮੈਨੂੰ ਤਾਂ ਬਚਦਾ ਹੀ ਕੁਝ ਨਹੀਂ ਪਿਆ। ਅਤੇ ਸਾਲ 2 ਗੁਜ਼ਰਿਆ, ਵੱਡੇ ਭਰਾ ਨੇ ਆਖਿਆ, ਉਹਨੇ ਆਖਿਆ ਕੀ ਤੂੰ ਉੱਥੇ ਕਰਨੇ ਪਿਆ, ਤੇਰਾ ਵਿਆਹ ਬਾਹਰ ਕਰਾਇਆ ਸੀ, ਚਲੋ ਤੂੰ ਥੋੜ੍ਹਾ ਸੈੱਟ ਹੋਵੇਂਗਾ, ਕੋਈ ਪੈਸੇ ਟੋਰੇਂਗਾ, ਸਾਡੇ ਹਾਲਾਤ ਠੀਕ ਹੋਣਗੇ, ਅਤੇ ਤੂੰ ਉੱਥੇ ਜਾ ਕੇ ਬਿਲਕੁਲ ਹੀ ਦੜ ਮਾਰ ਲਈ ਹੈ। ਉਹਨੇ ਆਖਿਆ ਭਾ ਮੈਂ ਕੀ ਕਰਾਂ, ਇੱਥੇ ਮੇਰੇ ਨਿਊ ਖਰਚੇ ਪੂਰੇ ਹੁੰਦੇ, ਇੱਥੇ ਜਿਹੜਾ ਮੈਨੂੰ ਮਕਾਨ ਲੈ ਦਿੱਤਾ ਨੇ ਉਹ ਹੀ ਨਹੀਂ ਮੈਨੂੰ ਕਿਸੇ ਪਾਸੇ ਲੱਗਣ ਦਿੰਦਾ ਪਿਆ। ਉਹਨੇ ਆਖਿਆ ਚੰਗਾ ਰਹਿ ਗਿਆ ਤੂੰ। ਬਹਰਹਾਲ ਉਹ
ਭਰਾ ਵੱਡਾ ਉੱਥੇ ਦੁਬਈ ਮਜ਼ਦੂਰੀ ਕਰਦਾ ਰਿਹਾ। ਥੋੜਾ ਅਰਸਾ ਗੁਜ਼ਰਿਆ ਤੇ ਉਹਨੂੰ ਹਾਰਟ ਅਟੈਕ ਆ ਗਿਆ। ਹਾਰਟ ਅਟੈਕ ਆਇਆ, ਪਿੱਛੇ ਅੰਮਾ ਨੂੰ ਪਤਾ ਲੱਗਿਆ ਉਹਦੇ ਨਾਲ ਵੀ ਇਹ ਕੀ ਹੋਇਆ। ਉਹਨੇ ਕਿਹਾ ਇਸ ਤਰ੍ਹਾਂ ਹਾਰਟ ਅਟੈਕ ਆਇਆ। ਕਹਿੰਦਾ ਪੁੱਤਰ ਤੂੰ ਵਾਪਸ ਆ ਜਾ। ਉਹਨੇ ਕਿਹਾ ਨਹੀਂ ਅੰਮਾ ਜੀ, ਹੁਣ ਮੈਂ ਥੋੜਾ ਬਿਹਤਰ ਆ ਤੇ ਮੇਰਾ ਦਿਲ ਆਈ ਹੈ ਮੈਂ ਕੋਈ 2-3 ਸਾਲ ਲਾ ਲਵਾਂ। ਮੈਂ ਕਿਹਾ ਠੀਕ ਹੈ ਤੇਰੀ ਮਰਜ਼ੀ। ਉਹਨੇ ਕਿਹਾ ਤੂੰ ਚੱਕਰ ਤੇ ਲਾ ਨਾ, ਚਲੋ ਤੇਰੇ ਸ਼ਾਦੀ ਤੇ ਕਰੀਏ ਨਾ, ਉਮਰ ਵੀ ਤੇਰੀ ਵਾਹਵਾ ਹੋ ਗਈ ਹੈ। ਕਹਿੰਦਾ ਠੀਕ ਹੈ ਮੈਂ ਲਾਨਾ ਚੱਕਰ। ਉਹਨੇ ਜਿਹਾ ਪਾਕਿਸਤਾਨ ਚੱਕਰ ਲਾਇਆ, ਰਿਸ਼ਤਾ ਤੱਕਣਾ ਸ਼ੁਰੂ ਕੀਤੀ ਉਹਨੇ। ਜਿਹੜਾ ਰਿਸ਼ਤਾ ਤੱਕਣ ਆਵੇ ਉਹਨੇ ਆਖਿਆ ਜੀ ਨਹੀਂ ਮੁੰਡੇ ਦੀ ਉਮਰ ਜ਼ਿਆਦਾ ਹੋ ਗਈ ਹੈ, ਨਾਲੇ ਮੁੰਡਾ ਦੁਬਈ ਹੈ, ਕੋਈ ਯੂਰਪ 'ਚ ਤੇ ਹੈ ਕੋ ਨਹੀਂ। ਉਹ ਹਰ ਬੰਦਾ ਹੀ ਇਹ ਆਖੇ ਰਿਸ਼ਤੇ ਤੋਂ ਇਨਕਾਰ ਕਰਦੇ। ਸੋੜਾ ਪੈ ਗਿਆ। ਹੁਣ ਆਖੇ ਇਹ ਮੇਰੇ ਨਾਲ ਚੰਗਾ ਕੰਮ ਹੋਇਆ। ਫਿਰ ਨਾਲ ਗੁਆਂਢ ਹਾਲਾ ਸੀ। ਹਾਲਾ ਕਹਿੰਦੇ ਚਲੋ ਮੈਂ ਰਿਸ਼ਤਾ ਦੇਣੀ ਆ ਤੇ ਮੈਂ ਰਿਸ਼ਤੇ ਨੂੰ ਤਿਆਰ ਆ। ਤੇ ਅੱਗੋਂ ਮੇਰੀ ਕੁੜੀ ਜਿਹੜੀ ਹੈ ਨਾ ਉਹ ਆਂਦੀ ਹੈ ਮੈਂ ਸ਼ਾਦੀ ਤਾਂ ਕਰਨੀ ਹੈ ਜੇ ਮਾਲ ਡੰਗਰ ਵੇਚਣ ਤੇ ਵੀ ਮਾਲ ਡੰਗਰ ਹੋਇਆ ਤੇ ਮੈਂ ਨਹੀਂ ਘਰ ਇਸ 'ਚ ਜਾਣਾ। ਉਹਨਾਂ ਆਖਿਆ ਕਿਉਂ? ਕਹਿੰਦੇ ਨਹੀਂ ਮੇਰੇ ਕੋਲ ਨਹੀਂ ਸੰਭਾਲਣ ਹੁੰਦਾ। ਕਹਿੰਦੇ ਨਹੀਂ ਅੰਮਾ ਮੁੰਡੇ ਦੀ ਆਂਦੀ ਹੈ ਨਹੀਂ ਚਲੋ ਮੈਂ ਸੰਭਾਲ ਲਾਂਗੀ ਤੂੰ ਹੱਥ ਨਾ ਲਾਈ। ਉਹਨੇ ਆਖਿਆ ਨਹੀਂ ਘਰ 'ਚ ਮਾਲ ਡੰਗਰ ਹੋਇਆ ਫੇਰ ਨਹੀਂ। ਉਹਨਾਂ ਆਖਿਆ ਚਲੋ ਹਾਲਾ ਮਾਲ ਡੰਗਰ ਵੇਚ ਦਿੰਦੇ ਆ। ਉਹਨਾਂ ਜਨਾਬ ਮਾਲ ਡੰਗਰ ਵੇਚਿਆ। ਚਲੋ ਮੁੰਡੇ ਦਾ ਵਿਆਹ ਤੇ ਕਰੀਏ ਨਾ, ਵਿਚਾਰੇ ਦੇ ਉਮਰ ਢੇਰ ਹੋ ਗਈ ਆ, ਢੇਰ ਮਿਹਨਤ ਕੀਤੀ ਇਹਨੇ। ਉਹ ਜਨਾਬ ਉਹਨਾਂ ਨੇ ਮਾਲ ਡੰਗਰ ਵੇਚ ਕੇ ਉਹਦਾ ਵਿਆਹ ਕਰ ਦਿੱਤਾ। ਜਿਸੇ ਵਿਆਹ ਕੇ ਘਰ ਆਈ ਅੱਗੋਂ ਉਹ ਕਮਰੇ 'ਚ ਕੋ ਨਾ ਨਿਕਲੇ, ਮੁੰਡਾ ਦੁਬਈ ਤੇ ਅੱਗੋਂ ਮਾਂ ਨੂੰ ਨਾ ਪੁੱਛੇ ਨਾ ਗਿੱਛੇ। ਪਿੱਛੋਂ ਇਹਦੀ ਮਾਂ ਬਿਮਾਰ ਹੋ ਗਈ। ਜਿਸ ਮਾਂ ਬਿਮਾਰ ਹੋਈ ਉਹਨੂੰ ਦੱਸਿਆ ਵੀ ਕੋ ਨਾ। ਆਖੇ ਜੀ ਮੈਂ ਆਪੂ ਖੁਸ਼ਖਬਰੀ ਲੱਭਣ ਵਾਲੀ ਸੀ ਤੇ ਇਸ ਵਜ੍ਹਾ ਤੋਂ ਜਿਹੜਾ ਮੈਂ ਨਹੀਂ ਦੱਸਿਆ। ਤੇ ਜੋ ਕਿਸੇ ਹੋਰ ਬੰਦੇ ਦੱਸਿਆ ਵੀ ਤੇਰੀ ਅੰਮਾ ਤੇ ਇਸ ਤਰ੍ਹਾਂ ਹਸਪਤਾਲ ਗਈ ਸੀ ਤੇ ਬੜੀ ਸਖਤ ਬਿਮਾਰ ਹੈ, ਕਿਸੇ ਗੁਆਂਢੀ ਲੈ ਕੇ ਗਏ ਨੇ। ਉਹਨੇ ਜਨਾਨੀ ਨੇ ਦੱਸਿਆ। ਉਹਨੇ ਟਿਕਟ ਲਈ ਤੇ ਉਸ ਟਾਈਮ ਵਾਪਸ ਆਇਆ। ਵਾਪਸ ਆ ਕੇ ਜਿਸ ਵੇਲੇ ਦੇਖਿਆ ਤੇ ਅੰਮਾ ਦੀ ਤੇ ਲਾਤ ਬਹੁਤ ਮਾੜੇ। ਤੇ ਅੱਗੋਂ ਉਹਨੂੰ ਚਾਹ ਬਣਾ ਕੇ ਦੇਈ ਪਈ ਤੇ ਬੜੀ ਖਿਦਮਤ ਵੀ ਕਰੇ, ਇੰਝ ਲੱਗੇ ਕਿ ਬੜੀ ਖਿਦਮਤ ਕਰਦੀ ਹੈ ਨਾ। ਪਰ ਉਹਨੇ ਆਖਿਆ ਜਨਾਨੀ ਮੇਰੀ ਖਿਦਮਤ ਕਰਦੀ ਹੋਣੀ ਹੈ, ਜਿਹੜਾ ਵੀ ਅਮਰ ਨੂੰ ਕੋਈ ਸ਼ਿਕਾਇਤ ਨਾ ਕੀਤੀ ਹੋਈ ਨਹੀਂ ਮੇਰਾ ਖਿਆਲ ਨਹੀਂ ਰੱਖਦੀ ਐ ਨਹੀਂ ਕਰਦੀ। ਉਹਨੇ ਕਿਹਾ ਠੀਕ ਹੈ ਮੁੰਡੇ ਦਾ ਅੱਗੇ ਵਿਆਹ ਲੇਟ ਹੋਇਆ ਤੇ ਮੇਰਾ ਨਹੀਂ ਬਣਦਾ ਹੁਣ ਮੁੰਡੇ ਦੀ ਇਸ ਤਰ੍ਹਾਂ ਘਰ ਉਜਾੜਾ। ਉਹਨੇ ਠੀਕ ਹੈ। ਉਹ ਜਿਹੜੀ ਗੁਆਂਢਣ ਸੀ ਨਾ ਉਹਨਾਂ ਦੀ ਉਹ ਤੱਕਦੀ ਰਹਿੰਦੀ ਸੀ। ਉਹਨੇ ਆਖਿਆ ਬੁਲਾ ਕੇ ਨਾ ਉਹਨੂੰ ਘਰ ਆਪਣੇ ਮੁੰਡੇ ਨੂੰ। ਉਹਨੇ ਆਖਿਆ ਗੱਲ ਸੁਣ, ਮਾਂ ਤੇਰੀ ਨੇ ਤੈਨੂੰ ਕੋਈ ਗੱਲ ਦੱਸੀ ਹੈ ਕਿ ਨਹੀਂ? ਉਹਨੇ ਕਿਹਾ ਨਹੀਂ ਮੇਰੇ ਨਾਲ ਤੇ ਅੰਮਾ ਨਾਲ ਕੋਈ ਗੱਲ ਨਹੀਂ ਕੀਤੀ, ਮੈਂ ਤੇ ਬੜਾ ਖੁਸ਼ ਹਾਂ ਵੀ ਚਲੋ ਅੰਮਾ ਦੀ ਵੀ ਖੁਸ਼ ਨੇ ਉਹ ਵੀ ਖੁਸ਼ ਹੈ। ਉਹਨੇ ਆਖਿਆ ਖੋਤੇ ਦਾ ਸਿਰ ਖੁਸ਼ ਨੇ। ਉਹਨੇ ਆਖਿਆ ਮੈਂ ਤੇ ਸਾਰੇ ਲਾ ਤੱਕੇ ਨੇ, ਇਹ ਕਮਰੇ 'ਚ ਵਾੜ ਕੇ ਤੇਰੀ ਅੰਮਾ ਨੂੰ ਸੋਟਿਆਂ ਨਾਲ ਕੁੱਟਦੀ ਹੈ। ਇਹ ਤੇ ਤੇਰੀ ਅੰਮਾ ਨੂੰ 2-2 ਟਾਈਮ ਰੋਟੀ ਵੀ ਨਹੀਂ ਦਿੰਦੀ। ਹੈਂ ਤੈਨੂੰ ਇਸ ਗੱਲ ਦਾ ਪਤਾ ਨਹੀਂ ਹੈ? ਉਹ ਤੇਰੇ ਸਾਹਮਣੇ ਸਹੀ ਹੋ ਗਈ, ਉਹਨੂੰ ਪਤਾ 2 ਮਹੀਨੇ ਰਹੇਗਾ ਵਾਪਸ ਟੁਰ ਜਾਏਗਾ। ਇਹ ਤੇ ਤੇਰੀ ਅੰਮਾ ਨੂੰ ਮਾਰਨ ਦੇ ਚੱਕਰਾਂ 'ਚ ਹੈਂ। ਤੇ ਅੱਗੋਂ ਉਹ ਆਖਿਆ ਨਹੀਂ ਮੈਨੂੰ ਯਕੀਨ ਨਹੀਂ ਆਉਂਦਾ। ਉਹਨੇ ਆਖਿਆ ਪੁੱਤਰ ਸਾਨੂੰ ਕਿਹੜੀ ਲੋੜ ਹੈ ਝੂਠ ਮਾਰਨ ਦੀ, ਅਸਾਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਤੱਕਿਆ ਹੈ। ਉਹਨੇ ਆਖਿਆ ਅੱਛਾ ਇਹ ਗੱਲ ਹੈ। ਉਹ ਘਰ ਆਇਆ, ਘਰ ਆ ਕੇ ਨਾ ਅੰਮਾ ਨੂੰ ਕਹਿੰਦਾ ਅੰਮਾ ਝੂਠ ਤਾਂ ਨਹੀਂ ਮਾਰਨ ਲਈ। ਉਹਨੇ ਆਖਿਆ ਨਹੀਂ ਪੁੱਤਰ ਮੈਂ ਕਿਉਂ ਝੂਠ ਮਾਰਨਾ। ਉਹਨੇ ਆਖਿਆ ਅੰਮਾ ਜੇ ਤੂੰ ਝੂਠ ਮਾਰਿਆ ਨਾ ਤੇ ਸਮਝ ਤੇਰਾ ਪੁੱਤਰ ਜਾਂਦਾ ਰਹੇਗਾ ਦੁਨੀਆ ਤੋਂ। ਉਹਨੇ ਆਖਿਆ ਕੀ ਗੱਲ ਹੋ ਗਈ ਹੈ? ਮੈਂ ਕਿਹਾ ਅੰਮਾ ਸੱਚੀ ਸੱਚੀ ਦੱਸ ਇਹ ਤੈਨੂੰ ਮਾਰਦੀ ਹੈ? ਅੰਮਾ